ਸੰਬੰਧ ਹੋਇਆ ਜੋ ਪਿੰਡ ਮਹਿਦੂਦਾਂ ਵਿੱਚ ਕੀ ਕਹੋਗੇ ਇਹਦੇ ਬਾਰੇ? ਰਾਤ ਸਾਡੇ ਪਿੰਡ ਦੇ ਇੱਕ ਬਹੁਤ ਹੀ ਹੋਣਹਾਰ ਨੌਜਵਾਨ ਤੇ ਜਿਹਦੇ ਪਰਿਵਾਰ ਨਾਲ ਉਹਨਾਂ ਦੇ ਮੁੰਡੇ ਨਾਲ ਮੇਰੀ ਗੱਲ ਵੀ ਹੋਈ ਆ ਜਦੋਂ ਮੈਂ ਪਿੰਡ ਆਇਆ, ਤੇ ਉਹਨੇ ਜਿਹੜਾ ਉਹਦਾ ਕਾਰਨ ਵੀ ਕਈ ਵਾਰੀ ਪਰਿਵਾਰ ਡਰ ਜਾਂਦਾ ਜਾਂ ਡਰਾ ਦਿੱਤਾ ਜਾਂਦਾ, ਉਹ ਗੱਲ ਨੂੰ ਨਹੀਂ ਦੱਸਿਆ। ਤੇ ਅਸੀਂ ਵੀ ਉਸ ਨੂੰ ਅਜੇ ਨਹੀਂ ਕਰਨਾ ਚਾਹੁੰਦੇ ਵੀ ਕਿਸ ਵਾਸਤੇ ਅੱਜ ਜਿਹੜਾ ਪੂਰਾ ਕਾਰਨ ਸੀਗਾ ਵੀ ਉਹਦੇ ਲਈ ਉਹ ਕਰਨਾ, ਕਿਉਂਕਿ ਪਰਿਵਾਰ ਥੋੜ੍ਹਾ ਜਿਹਾ ਸਹਿਮਿਆ ਹੋਇਆ। ਰਾਤ ਦਾ ਹੀ ਬੱਚੇ ਦਾ ਇੱਕ ਘਰ ਦੇ ਵਿੱਚੋਂ ਇੱਕ ਜਵਾਨ ਪੁੱਤ ਦਾ ਜਾਂ ਭਰਾ ਦਾ ਚਲੇ ਜਾਣਾ, ਤੇ ਉਹ ਇੱਕ ਅਸਹਿ ਦੁੱਖ ਆ ਜਿਹਦੇ ਕਰਕੇ ਜਿਹੜਾ ਉਹ ਪਰਿਵਾਰ ਅਜੇ ਇਸ ਮਾਮਲੇ ਦੇ ਵਿੱਚ ਅਸੀਂ ਸ਼ਮੂਲੀਅਤ ਨਹੀਂ ਕਰਵਾਈ। ਪਰਿਵਾਰ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਮਾਨਸਿਕ ਤੌਰ 'ਤੇ ਤਿਆਰ ਕਰਾ ਕੇ ਫਿਰ ਉਹਨਾਂ ਨੂੰ ਇਸ ਜਿਹੜਾ ਇਹ ਮੁਹਿੰਮ ਅੱਜ ਸ਼ੁਰੂ ਕੀਤੀ ਆ ਉਹਦੇ ਵਿੱਚ ਜ਼ਰੂਰ ਸ਼ਮੂਲੀਅਤ ਕਰਾਵਾਂਗੇ। ਦੱਸ ਦਿੰਦੇ ਹਾਂ ਕਿ ਰਾਤ ਇੱਕ ਨੌਜਵਾਨ ਓਵਰਡੋਜ਼ ਨਾਲ ਜਿਹੜਾ ਉਹਦੀ ਡੈਥ ਹੋਈ ਆ, ਤੇ ਪਿੰਡ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਦੱਸਿਆ ਸੀ, ਕਿਉਂਕਿ ਮੈਂ ਵੀ ਬਾਹਰ ਰਹਿਣਾ, ਤੇ ਇਹ ਜਦੋਂ ਫਿਰ ਪਿੰਡ ਦੇ ਨੌਜਵਾਨਾਂ ਨੇ ਇੱਕ ਤਹੀਆ ਕੀਤਾ ਸੀ ਵੀ ਇਹ ਘਟਨਾ ਦੁਬਾਰਾ ਨਾ ਘਟੇ, ਤੇ ਪਿੰਡ ਦੇ ਵਿੱਚ ਇਹ ਪਹਿਲਾ ਅਜਿਹਾ ਮਾਮਲਾ ਹੋਇਆ ਜਿਹਦੇ ਕਰਕੇ ਬੜੇ ਚਿੰਤਤ ਹਾਂ ਅਸੀਂ, ਕਿਉਂਕਿ ਅੱਜ ਤੱਕ ਅਜਿਹਾ ਮਾਮਲਾ ਕਦੇ ਮਹਿਦੂਦਾਂ ਪਿੰਡ ਦੇ ਵਿੱਚ ਨਹੀਂ ਹੋਇਆ ਸੀ। ਨਸ਼ਿਆਂ ਤੋਂ ਕਾਫੀ ਬਚਿਆ ਹੋਇਆ ਅਸੀਂ ਆਪਣੇ ਪਿੰਡ ਨੂੰ ਮੰਨਦੇ ਸੀ, ਪਰ ਇਹ ਨਾ ਹੋਵੇ ਵੀ ਅਸੀਂ ਕਿਤੇ ਜਦੋਂ ਇੱਕ ਅਲਾਮਤ ਆਈ ਆ, ਇੱਕ ਕਰੋਪੀ ਆ ਗਈ ਤੇ ਅਸੀਂ ਉਸ ਨੂੰ ਦੇਖ ਕੇ ਵੀ ਅੱਖਾਂ ਬੰਦ ਕਰ ਜੀ ਬੈਠੀਏ। ਅਸੀਂ ਪੂਰੀ ਤਰ੍ਹਾਂ ਪਹਿਲੇ ਮਾਮਲੇ ਦੇ ਉੱਤੇ ਅਸੀਂ ਪੂਰੀ ਤਰ੍ਹਾਂ ਅਲਰਟ ਹੋ ਗਏ ਹਾਂ, ਔਰ ਇਸ ਪਿੰਡ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਨਸ਼ਾ ਰਹਿਣ ਨਹੀਂ ਦੇਣਾ, ਇਹ ਸੰਕਲਪ ਲੈ ਕੇ ਅਸੀਂ ਚੱਲੇ ਹਾਂ। ਤੇ ਅੱਜ ਇਸੇ ਸੰਬੰਧ ਦੇ ਵਿੱਚ ਸਮੁੱਚੇ ਪਿੰਡ ਨੇ ਜਿਹੜੀ ਇਹ ਮੀਟਿੰਗ ਕੀਤੀ ਆ, ਭਾਵੇਂ ਕਿ ਇਸ ਵਕਤ ਜਿਹੜਾ ਸਮਾਂ ਧਾਰਾਂ ਦਾ ਹੁੰਦਾ ਪਿੰਡਾਂ ਦੇ ਵਿੱਚ, ਤੁਹਾਨੂੰ ਪਤਾ ਧਾਰਾਂ ਕੱਢਦੇ ਨੇ, ਪਰ ਫਿਰ ਵੀ ਪਿੰਡ ਦੇ ਲੋਕ ਕਾਫੀ ਤਾਦਾਦ ਦੇ ਵਿੱਚ ਪਹੁੰਚੇ ਹੋਏ ਨੇ, ਔਰ ਇੱਕ ਤਹੀਆ ਕੀਤਾ ਵੀ ਪਿੰਡ ਦੇ ਵਿੱਚ ਅਸੀਂ ਨਾ ਤਾਂ ਕੋਈ ਨਸ਼ਾ ਵੇਚਣ ਦੇਣਾ ਤੇ ਨਾ ਹੀ ਅਸੀਂ ਕੋਈ ਨਸ਼ਾ ਕਰਨ ਦੇਣਾ। ਜਿਹੜੇ ਕਰਦੇ ਨੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਾਂਗੇ, ਤੇ ਇਸ ਤੋਂ ਇਲਾਵਾ ਜਿਹੜੇ ਨਸ਼ੇ ਵੇਚਦੇ ਨੇ, ਤੇ ਮੈਂ ਉਹ ਪੁਆਇੰਟ ਤੁਹਾਨੂੰ ਮੀਡੀਆ ਦੇ ਜ਼ਰੀਏ ਦੱਸ ਦਿੰਦਾ, ਕਿਉਂਕਿ ਤੁਸੀਂ ਪੁਲਿਸ ਨੂੰ ਉਹ ਪੁਆਇੰਟਾਂ ਬਾਰੇ ਜਵਾਬਦੇਹੀ ਕਰ ਸਕਦੇ ਹੋ। ਫੋਕਲ ਪੁਆਇੰਟ ਦੇ ਉੱਤੇ ਕਿਉਂਕਿ ਸਾਡੇ ਕੁਛ ਲੋਕ ਡਰਦੇ ਨੇ, ਨਹੀਂ ਦੱਸਦੇ, ਪਰ ਮੈਂ ਦੱਸ ਰਿਹਾ ਕਿ ਫੋਕਲ ਪੁਆਇੰਟ ਦੇ ਉੱਤੇ ਮੈਨੂੰ ਦੱਸਿਆ ਨਾ ਲੋਕਾਂ ਨੇ ਕਿ ਇੱਕ ਦੁਕਾਨ ਆ, ਉੱਥੇ ਦੋ ਭਰਾ ਇਕੱਠੇ ਨਸ਼ਾ ਵੇਚਦੇ ਨੇ। ਇਸ ਤੋਂ ਬਿਨਾਂ ਇੱਕ ਖਹਿਰੇ ਪਿੰਡ ਦਾ ਵਿਅਕਤੀ ਆ ਜਿਹੜਾ ਪਹਿਲਾਂ ਸ਼ਰਾਬ ਵੀ ਵੇਚਦਾ ਸੀਗਾ, ਉਹਦੇ ਉੱਤੇ ਮਾਮਲੇ ਵੀ ਚੱਲਦੇ ਨੇ। ਅੱਜ ਕੱਲ੍ਹ ਉਹ ਚਿੱਟਾ ਤੇ ਹੋਰ ਜਿਹੜੇ ਇਹ ਹੋਰ ਨਵੇਂ ਨਸ਼ੇ ਆਏ ਨੇ, ਉਹ ਕੈਮੀਕਲ ਨਸ਼ੇ ਜਿਹੜੇ ਨੇ ਉਹ ਵੇਚ ਰਿਹਾ। ਇਸ ਤੋਂ ਬਿਨਾਂ ਬੇਗੋਵਾਲ ਪਿੰਡ ਦੇ ਵੀ ਕੁਝ ਲੋਕ ਵੇਚ ਰਹੇ ਨੇ। ਸਾਡੇ ਪਿੰਡ ਦੇ ਵਿੱਚ ਵੀ ਮੈਨੂੰ ਦੱਸਿਆ ਵੀ ਕੁਝ ਲੋਕ ਸ਼ਰਾਬ ਤੇ ਹੋਰ ਜਿਹੜੇ ਇੱਦਾਂ ਦੇ ਜਿਹੜੇ ਛੋਟੇ ਮੋਟੇ ਖੁਦ ਖਾਂਦੇ ਵੀ ਨੇ ਉਹ, ਤੇ ਉਸ ਦੇ ਵਿੱਚੋਂ ਜਿਹੜੀ ਡੋਜ਼ ਆ ਮਤਲਬ ਕਿ ਇੱਕ ਖੁਰਾਕ ਲੈ ਕੇ ਵੀ ਉਹਦੇ ਵਿੱਚੋਂ ਵੇਚ ਦਿੰਦੇ ਨੇ, ਤੇ ਇੱਕ ਖੁਰਾਕ ਉਹਨਾਂ ਲਈ ਆਪਣੇ ਲਈ ਬਚਾ ਕੇ ਮੁਕਾ ਲੈਂਦੇ ਨੇ, ਤੇ ਉਹ ਵੀ ਪਰਚੂਨ ਦੇ ਵਿੱਚ ਇਹ ਸਮਾਨ ਵੇਚਦੇ ਨੇ। ਵੀ ਇਹਨਾਂ ਦੇ ਉੱਤੇ ਜਿਹੜੀ ਪੁਲਿਸ ਆ, ਅਸੀਂ ਇੱਕ ਦਰਖਾਸਤ ਆ, ਇੱਕ ਮਤਾ ਪਾਸ ਕੀਤਾ ਵੀ ਸਾਂਝੀ ਦਰਖਾਸਤ ਪਿੰਡ ਵੱਲੋਂ, ਕਿਉਂਕਿ ਕਿਸੇ ਦੇ ਉੱਤੇ ਇੱਕ ਦੇ ਉੱਤੇ ਐਲੀਗੇਸ਼ਨ ਨਾ ਆਵੇ। ਮੈਂ ਹੁਣ ਦਲੇਰ ਹੋ ਸਕਦਾ ਤੇ ਪਰ ਸਾਰੇ ਤਾਂ ਨਹੀਂ ਹੋ ਸਕਦੇ, ਕਿਉਂਕਿ ਸਾਰਿਆਂ ਨੂੰ ਡਰ ਹੁੰਦਾ, ਜਾਂ ਸਰਪੰਚ ਸਾਹਿਬ ਦਲੇਰ ਹੋ ਸਕਦੇ ਨੇ, ਸਾਡੇ ਹੋਰ ਜਿਹੜੇ ਪਤਵੰਤੇ ਮੈਂਬਰ ਨੇ ਉਹ ਦਲੇਰ ਹੋ ਸਕਦੇ ਨੇ, ਪਰ ਕਿਤੇ ਨਾ ਕਿਤੇ ਡਰ ਦੀ ਵਜ੍ਹਾ ਕਰਕੇ ਲੋਕ ਚੁੱਪ ਨੇ। ਤੇ ਅੱਜ ਚੁੱਪੀ ਤੋੜੀ ਵੀ ਆ ਲੋਕ। ਹੁਣ ਮੁਕਾਬਲਾ ਇਸ ਦਾ ਖੜਨ ਡਟ ਕੇ ਵੀ ਖੜਨਗੇ, ਕਿਉਂਕਿ ਮੰਨਦੇ ਚਿਹਰਿਆਂ ਦੇ ਉੱਤੇ ਪੜ੍ਹ ਹੋ ਜਾਂਦਾ ਕਿ ਲੋਕ ਇਸ ਦੇ ਖਿਲਾਫ ਖੜੇ ਨੇ। ਤੇ ਅਸੀਂ ਹੁਣ ਇਹ ਜਿਵੇਂ ਤੁਹਾਨੂੰ ਪੁਆਇੰਟ ਦੱਸੇ ਨੇ, ਤੁਸੀਂ ਪੁਲਿਸ ਨੂੰ ਜ਼ਰੂਰ ਦੱਸਿਓ। ਅਸੀਂ ਉਹ ਜਿਹੜੀ ਚਿੱਠੀ ਲਿਖਾਂਗੇ, ਸ਼ਿਕਾਇਤ ਲਿਖਾਂਗੇ, ਉਸ ਦੇ ਵਿੱਚ ਅਸੀਂ ਉਹ ਪੁਆਇੰਟ ਪਿੰਨ ਵੀ ਕਰਾਂਗੇ, ਤੇ ਜ਼ਰੂਰ ਦੱਸਿਓ ਵੀ ਆਏ ਬੰਦੇ ਜਿਨ੍ਹਾਂ ਦੇ ਉੱਤੇ ਪਰਚੇ ਵੀ ਦਰਜ ਨੇ, ਪਹਿਲਾਂ ਮੰਨਿਆ ਕਿ ਇਹ ਜਲਦੀ ਜਿਹੜੇ ਇਹ ਨਸ਼ਾ ਤਸਕਰ ਹੁੰਦੇ ਨੇ ਕਾਨੂੰਨ ਦੇ ਕਰਕੇ ਬਾਹਰ ਆ ਜਾਂਦੇ ਨੇ, ਪਰ ਉਹਨਾਂ 'ਤੇ ਦੁਬਾਰਾ ਕਾਰਵਾਈ ਕੀਤੀ ਜਾ ਸਕਦੀ ਹੈ। ਜੇ ਦੁਬਾਰਾ ਹੁੰਦੇ ਨੇ ਦੁਬਾਰਾ ਕਾਰਵਾਈ ਕੀਤੀ ਜਾ ਸਕਦੀ ਆ। ਇੱਥੋਂ ਤੱਕ ਕਿ ਅਸੀਂ ਤੁਸੀਂ ਦੇਖਿਆ ਹੀ ਆ ਵੀ ਬਹੁਤ ਸਾਰੇ ਨਸ਼ਾ ਤਸਕਰ ਨੇ ਜਿਨ੍ਹਾਂ ਦੀਆਂ ਜਾਇਦਾਦਾਂ ਅਟੈਚ ਹੋਈਆਂ ਨੇ। ਜੇਕਰ ਇਹ ਬਾਰ-ਬਾਰ ਕਰ ਰਹੇ ਨੇ, ਪਰਚੇ ਤੇ ਪਰਚਾ ਹੋ ਰਿਹਾ, ਤੇ ਇੱਕ ਸਲਿਊਸ਼ਨ ਇਹਦਾ ਬਹੁਤ ਵੱਡਾ ਕਿ ਜਿਹੜੇ ਇੱਥੇ ਖੰਨੇ ਦੇ SSP ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਧਰੋਮਨ ਨਿੰਬਲੇ ਵਰਗੇ SSP ਤੋਂ ਜਾਂ ਦਈਏ ਵਰਗੋਂ ਤੋਂ ਜਾਂ ਕੋਈ ਹੋਰ ਵੀ ਬੜੇ ਵਧੀਆ ਅਫਸਰ ਨੇ ਉਹਨਾਂ ਤੋਂ ਉਹ ਲੈ ਕੇ ਨਾ ਸਿੱਖਿਆ ਲੈ ਕੇ, ਪੰਜਾਬੀ ਦੇ ਵਿੱਚ ਪ੍ਰੇਰਣਾ ਲੈ ਕੇ ਇਹਨਾਂ ਤਸਕਰਾਂ ਦੀਆਂ ਜ਼ਮੀਨ ਜਾਇਦਾਦਾਂ ਨੇ ਜਿਹੜੀਆਂ ਅਟੈਚ ਕਰ ਦੇਣ, ਕਿਉਂਕਿ ਜਦੋਂ ਜ਼ਮੀਨ ਜਾਇਦਾਦ ਅਟੈਚ ਹੋ ਜਾਣਗੀਆਂ ਫਿਰ ਕਮਰ ਟੁੱਟ ਜਾਏਗੀ। ਫਿਰ ਮੁੜ ਕੇ ਇਹ ਜਿਹੜੇ ਤਸਕਰ ਨੇ ਖੁੱਡੇ ਪੰਜਾਬੀ ਦੇ ਵਿੱਚ ਜਿਹੜੇ ਲੱਗ ਜਾਣਗੇ, ਕਿਉਂਕਿ ਜਿੱਥੇ ਤੱਕ ਮਨ ਹੋ ਸਕਦਾ ਕਿ ਵੱਡੇ ਤਸਕਰ ਨਹੀਂ ਹੋ ਸਕਦੇ, ਪਰਚੂਨ ਦੇ ਵਿੱਚ ਰਲੇ ਨੇ, ਪਰ ਇਹਨਾਂ ਦੇ ਜ਼ਰੀਏ ਵੱਡੇ ਤਸਕਰ ਤੱਕ ਵੀ ਪਹੁੰਚਿਆ ਜਾ ਸਕਦਾ। ਸਮਰਾਲੇ ਦੇ ਵਿੱਚ ਵੀ ਵੱਡੇ ਤਸਕਰ ਬੈਠੇ ਨੇ ਜਿਹੜੇ ਇਹ ਜਿਨ੍ਹਾਂ ਦੀ ਪੋਸਟ ਬਣਾਈ ਸਿਆਸੀ ਛਤਰਸਾਈ ਜਿਹੜੇ ਛਤਰੀ ਮਿਲੀ ਹੋਈ ਆ। ਤੇ ਇਸ ਕਰਕੇ ਅੱਜ ਦੇ ਇਸ ਇਕੱਠ ਰਾਹੀਂ ਅਸੀਂ ਇਹੀ ਮੰਗ ਕਰਦੇ ਹਾਂ ਵੀ ਇਸ ਜਿਹੜੀ ਚੇਨ ਆ ਇਹ ਸਾਡੇ ਪਿੰਡ ਵੱਲ ਨੂੰ ਜਿਹੜੀ ਅੱਗ ਵਧੀ ਆ, ਅਸੀਂ ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਅੱਗੇ ਨਹੀਂ ਵਧਣ ਦੇਵਾਂਗੇ। ਉਹਦੇ ਲਈ ਅਸੀਂ ਚਟਾਨ ਬਣ ਕੇ ਖੜ੍ਹੇ ਹਾਂ, ਤੇ ਪੁਲਿਸ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਸ ਚੇਨ ਨੂੰ ਤੋੜਨ ਦੇ ਲਈ ਜਿਹੜੇ ਪਰਚੂਨ ਦੇ ਵਿੱਚ ਇਹ ਸਮਾਨ ਵੇਚਦੇ ਨੇ ਜਾਂ ਹੋਰ ਗਤੀਵਿਧੀਆਂ ਚਲਾਉਂਦੇ ਨੇ, ਉਹ ਆਪਣੇ ਇਸ ਦੇ ਉੱਤੇ ਰੋਕਥਾਮ ਲਗਾਉਣ,
ਤੇ ਪਿੰਡ ਦੇ ਲੋਕ ਨੇ ਜਿਹੜੇ ਪੂਰੇ ਤਹੀਆ ਦੇ ਵਿੱਚ ਨੇ ਔਰ ਉਹਨਾਂ ਨੂੰ ਅਸੀਂ ਕਹਿ ਵੀ ਦਿੱਤਾ ਵੀ ਜੇ ਕੋਈ ਆਲੇ ਦੁਆਲੇ, ਕਿਉਂਕਿ ਪੁਲਿਸ ਨੂੰ ਕਿਤੇ ਸੁਪਨਾ ਤਾਂ ਆ ਨਹੀਂ ਜਾਣਾ, ਆਲੇ ਦੁਆਲੇ ਜੇ ਕੋਈ ਨਸ਼ਾ ਵੇਚਦਾ ਉਸ ਦੀ ਸੂਚਨਾ ਪੁਲਿਸ ਨੂੰ ਦੇਣ, ਪੁਲਿਸ ਨਹੀਂ ਕਾਰਵਾਈ ਕਰੇਗੀ ਫਿਰ ਅਸੀਂ ਵੀ ਖੜੇ ਹਾਂ। ਮੀਡੀਆ ਤੁਸੀਂ ਇੱਕ ਲੋਕਤੰਤਰ ਦਾ ਚੌਥਾ ਥੰਮ ਹੋ, ਤੁਸੀਂ ਵੀ ਖੜੇ ਹੋ, ਫਿਰ ਅੱਗੇ ਉਸ ਤਰੀਕੇ ਨਾਲ ਵਧਿਆ ਜਾ ਸਕਦਾ। ਇਸ ਤੋਂ ਬਿਨਾਂ ਅਸੀਂ ਸਾਰੇ ਪਿੰਡ ਦੇ ਲੋਕਾਂ ਨੂੰ ਜਿਨ੍ਹਾਂ ਦੇ ਜਾਂ ਹੋਰ ਉਹ ਲੋਕ ਜਿਹੜੇ ਅਜੇ ਤੱਕ ਨਸ਼ਿਆਂ ਕਰਕੇ ਚੁੱਪ ਬੈਠੇ ਨੇ, ਲਗਾਤਾਰ ਇੱਕ ਤੋਂ ਬਾਅਦ ਦੂਜੀ ਜਿਹੜੀ ਮੌਤ ਆ ਉਹ ਹੋ ਰਹੀ ਆ ਤੇ ਨੌਜਵਾਨੀ ਗਰਕ ਰਹੀ ਆ, ਤੇ ਉਸ ਨੂੰ ਬਚਾਉਣ ਦੇ ਲਈ ਅੱਗੇ ਆਉਣ। ਕਿਸੇ ਵੀ ਪ੍ਰਕਾਰ ਦਾ, ਜਿਵੇਂ ਇੱਥੇ ਥੋੜਾ ਜਿਹਾ ਮਾਮਲਾ ਪਰਿਵਾਰ ਡਰਿਆ ਹੋਇਆ ਸੀ, ਡਰ ਤੋਂ ਹਟਾ ਕੇ ਸਿੱਧੀ ਆਪਣੀ ਗੱਲ ਨੂੰ ਨਿਸ਼ਚਿੰਤ ਜਨਤਾ ਦੇ ਵਿੱਚ, ਪੁਲਿਸ ਦੇ ਵਿੱਚ, ਸਰਕਾਰ ਦੇ ਵਿੱਚ ਲਾਓ ਕੇ ਆਉਣ, ਤਾਂ ਕਿ ਜਿੰਨਾ ਠੱਲ ਹੋ ਸਕੇ ਤੁਹਾਡੀਆਂ ਸ਼ਿਕਾਇਤਾਂ ਨਾਲੇ ਹੋਣੇ ਆ। ਅੱਜ ਅਸੀਂ ਇਹ ਤਈਏ ਬਹੁਤ ਸਾਰੇ ਕੀਤੇ ਨੇ, ਪਿੰਡ ਦੇ ਲੋਕਾਂ ਨੇ ਸਹਿਯੋਗ ਦੇਣ ਦਾ ਵੀ ਪੂਰਾ ਭਰੋਸਾ ਦਿੱਤਾ ਤੇ ਅਸੀਂ ਆਸ ਕਰਦੇ ਹਾਂ ਕਿ ਮੀਡੀਆ ਜਿਹੜੇ ਸਾਡੀ ਆਵਾਜ਼ ਆ ਜਿਹੜੀ ਉੱਪਰ ਤੱਕ ਵੀ ਜਾਏਗੀ ਔਰ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਐਕਟਿਵ ਹੋ ਕੇ ਜਲਦੀ ਤੋਂ ਜਲਦੀ ਇਹ ਨਸ਼ਾ ਤਸਕਰਾਂ ਨੂੰ ਫੜੂਗਾ। ਅਖੀਰਲੀ ਗੱਲ ਮੈਂ ਜ਼ਰੂਰ ਕਰਾਂਗਾ ਕਿ ਜੋ ਨੌਜਵਾਨ ਆ ਉਸ ਦੇ ਮਾਮਲੇ ਨੂੰ ਵੀ ਜੇਕਰ ਗਹਿਨਤਾ ਦੇ ਨਾਲ ਜਾਂਚਿਆ ਜਾਵੇ ਤਾਂ ਕਾਤਲ ਆ, ਕਿਉਂਕਿ ਨਸ਼ਾ ਵੇਚਣ ਵਾਲਾ ਜਿਹਨੇ ਉਹਨੂੰ ਦਿੱਤਾ ਉਹ ਕਾਤਲ ਹੀ ਆ ਤੇ ਉਹਨੂੰ ਜਲਦੀ ਉਹਦੇ ਤੱਕ ਪਹੁੰਚਿਆ ਜਾ ਸਕਦਾ। ਉਹ ਵਿਅਕਤੀ ਜਿਹੜਾ ਇਸ ਮੌਤ ਲਈ ਜ਼ਿੰਮੇਵਾਰ ਆ ਉਹ ਜੇਲ੍ਹਾਂ ਦੇ ਵਿੱਚ ਜਾ ਸਕਦਾ। ਧੰਨਵਾਦ। ਵਾਹਿਗੁਰੂ ਖਾਲਸਾ, ਸ਼੍ਰੀ ਵਾਹਿਗੁਰੂ ਜੀ ਫਤਿਹ। ਕੀ ਨਾਮ ਆ ਵੀਰ ਜੀ? ਮੇਰਾ ਨਾਮ ਡਾਕਟਰ ਸਤਵੀਰ ਸਿੰਘ ਬਿੱਟੂ, RMP ਡਾਕਟਰ, ਜਿਹੜਾ ਕਿ ਨਾਲੇ ਪਿੰਡ ਦੇ ਵਿੱਚ ਆਪਣੀ ਪ੍ਰੈਕਟਿਸ 30 ਸਾਲ ਤੋਂ ਜਾਰੀ ਹੈ। ਡਾਕਟਰ ਸਾਹਿਬ 30 ਸਾਲ ਹੋ ਗਏ ਤੁਹਾਨੂੰ ਇੱਥੇ ਪ੍ਰੈਕਟਿਸ ਕਰਦੇ ਨੂੰ। ਹਾਂਜੀ ਹਾਂਜੀ। ਇਹ 30 ਸਾਲ ਦੇ ਵਿੱਚ ਜੋ ਨਸ਼ੇ ਦੀ ਖੇਪ ਬਾਰੇ ਤੁਸੀਂ ਕੀ ਜਾਣਦੇ ਹੋ? ਖੇਪ ਤਾਂ ਜੀ ਪਹਿਲਾਂ ਤੋਂ ਜਿੱਦਾਂ ਸੰਸਾਰ ਆਇਆ ਵਾ ਉੱਦਾਂ ਹੀ ਇਹ ਕੰਮ ਚੱਲਦਾ ਆ ਰਿਹਾ, ਕਦੇ ਕਿਸੇ ਦਾ ਨਾ ਲੱਗਦਾ ਕਿਸੇ ਦਾ, ਪਰ ਇਹ ਕੰਮ ਹੁੰਦਾ ਸਰਕਾਰਾਂ ਦਾ। ਜਦ ਤੱਕ ਸਰਕਾਰਾਂ ਦੀਆਂ ਅੱਖਾਂ ਨਹੀਂ ਖੁੱਲ੍ਹਦੀਆਂ ਉਦੋਂ ਤੱਕ ਇਹ ਹਰ ਘਰ ਦੇ ਵਿੱਚ 70 ਵਿਕ ਸਕਦਾ। ਇਸ ਦੇ ਵਿੱਚ ਸਾਰਿਆਂ ਨੂੰ ਵੱਡਾ ਸਹਿਯੋਗ ਹੈ ਪਿੰਡ ਵਾਸੀਆਂ ਦਾ, ਨੌਜਵਾਨਾਂ ਦਾ। ਆਪਣੇ ਭਵਿੱਖ ਨੂੰ ਬਣਾਉਣ ਲਈ ਨੌਜਵਾਨਾਂ ਨੂੰ ਆਪ ਹੀ ਹੰਭਲਾ ਮਾਰਨਾ ਪੈਣਾ। ਕਿ ਇਹ ਜਿਹੜੀ ਅੱਜ ਮੌਤ ਹੋਈ ਆ, ਇਸ ਤੋਂ ਪਹਿਲਾਂ ਸਾਨੂੰ ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਹਾਂ ਇੱਥੇ ਨਸ਼ਾ ਵਿਕਦਾ? ਦੇਖੋ ਜੀ ਵੀਰ ਜੀ, ਪਤਾ ਤਾਂ ਤਕਰੀਬ ਸਭ ਨੂੰ ਹੀ ਹੈਗਾ ਵਾ, ਪਰ ਉੱਤੇ ਬੈਠੇ ਜਿਹੜੇ ਅਫਸਰ ਨੇ ਜਾਂ ਪੁਲਿਸ ਅਫਸਰ ਨੇ ਉਹ ਕਿਸੇ ਦਾ ਮੂੰਹ ਨਹੀਂ ਖੋਲ੍ਹਣ ਦਿੰਦੇ। ਜੇ ਕੋਈ ਜਾ ਕੇ ਕਹਿੰਦਾ ਵਾ ਤਾਂ ਉਹਦੇ ਉੱਪਰ ਕੋਈ ਨਾ ਕੋਈ ਕਾਰਵਾਈ ਹੋ ਜਾਂਦੀ ਆ। ਕੀ ਦਬਾਅ, ਕਿਸੇ ਦਾ ਦਬਾਅ ਮਹਿਸੂਸ ਕਰਦੇ ਸਾਰੇ ਪਿੰਡ ਵਾਲੇ? ਦਬਾਅ ਤਾਂ ਦੇਖੋ ਜੀ, ਸਰਕਾਰੀ ਦਵਾਰੇ ਬੰਦੇ ਉੱਪਰ ਬੈਠੇ ਨੇ, ਮੰਤਰੀ ਸੰਤਰੀ MLA, ਉਹਨਾਂ ਦਾ ਦਬਾਅ ਚੱਲੇ ਹੀ ਆ ਰਿਹਾ। ਜੇ ਇਹ ਦਬਾਅ ਪਹਿਲਾਂ ਨਜ਼ਰ ਆਉਂਦਾ ਸੀ, ਅੱਜ ਕਿਵੇਂ ਤੁਹਾਨੂੰ ਮਹਿਸੂਸ ਲੱਗਦਾ ਵੀ ਅੱਜ ਮੁੰਡਾ ਮਰਨ ਤੋਂ ਬਾਅਦ ਤੁਹਾਡੀ ਇਹ ਗੱਲ ਕਿਤੇ ਸੁਣੀ ਜਾਊਗੀ? ਦੇਖੋ ਜੀ, ਇਹਦੇ ਵਿੱਚ ਜਦ ਨਗਰ ਦਾ ਪੂਰਾ ਸਾਥ ਹੁੰਦਾ ਵਾ, ਇਹ ਜੇ ਕੰਮ ਇਕੱਲਾ ਬੰਦਾ ਨਹੀਂ ਕਰ ਸਕਦਾ, ਉਹਦੇ ਜ਼ਰੀਏ ਹੀ ਸਾਰਾ ਕੁਝ ਆਪਾਂ ਅੱਗੇ ਵੱਧ ਕੇ ਕਰ ਸਕਦੇ। ਇਹ ਸਾਥ ਪਹਿਲਾਂ ਵੀ ਲਿਆ ਜਾ ਸਕਦੀ, ਉਦੋਂ ਕਿਉਂ ਨਹੀਂ ਲਿਆ ਗਿਆ? ਉਹਦੇ ਵਿੱਚ ਪੱਤਰਕਾਰ ਸਾਹਿਬ ਬਹੁਤ ਗੱਲਾਂ ਹੋ ਜਾਂਦੀਆਂ ਨੇ, ਜਿਵੇਂ ਕਿ ਕਿਸੇ ਨੂੰ ਕਿਸੇ ਪਿੰਡ ਦੇ ਵਿੱਚ ਲੱਗਡਾਟ ਹੁੰਦੀ ਆ, ਕਿਸੇ ਨੇ ਬਾਹਰੋਂ ਕੰਮ ਕਰਕੇ ਆਉਣਾ। ਜੇ ਮੇਰੇ ਵਰਗਾ ਹੀ ਬੰਦਾ ਉੱਠ ਕੇ ਕਹੂਗਾ ਤਾਂ ਹੋ ਸਕਦਾ ਮੇਰੇ ਨਾਲ ਵੀ ਕੋਈ ਜਾਨਲੇਵਾ ਹਮਲਾ ਹੋ ਸਕਦਾ। ਅੱਜ ਪਿੰਡ ਵਾਲਿਆਂ ਦਾ ਕਿਵੇਂ ਤੁਹਾਡਾ ਨਾਲ ਸਹਿਯੋਗ? ਪਿੰਡ ਦਾ ਸਹਿਯੋਗ ਤਾਂ ਜਦੋਂ ਜੇ ਕਿਸੇ ਘਰ ਦੇ 70 ਵੱਜਦਾ ਉਹਨੂੰ ਆਪਣਾ ਘਰ ਦੇਖਣ ਲੱਗ ਜਾਂਦਾ ਵੀ ਅੱਜ ਤਾਂ ਇਸ ਨੌਜਵਾਨ ਦੀ ਮੌਤ ਹੋਈ ਆ, ਕੱਲ੍ਹ ਨੂੰ ਮੇਰੇ ਪਿੰਡ ਦੇ ਵਿੱਚ ਵੀ, ਮੇਰੇ ਘਰ ਦੇ ਵਿੱਚ ਵੀ ਇਸ ਨਸ਼ੇ ਦੀ ਓਵਰਡੋਜ਼ ਨਾਲ ਕੋਈ ਬਹੁਤ ਹੋ ਸਕਦੀ ਹੈ। ਜੋ ਪਹਿਲਾਂ ਡਰ ਸੀ ਹੁਣ ਤਾਂ ਨਹੀਂ ਰਹੂਗਾ? ਨਹੀਂ ਜੀ, ਹੁਣ ਡਰ ਰਹੂਗਾ। ਹੋਰ ਸਾਰੇ ਮੌਜੂਦਾ ਨਗਰ ਵਾਸੀਆਂ ਨੇ ਸਹੁੰ ਖਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੰਭਲਾ ਮਾਰਿਆ ਕਿ ਅਸੀਂ ਲਿਖ ਕੇ ਸਰਕਾਰੀ ਦਵਾਰੇ ਗਾਹਾਂ ਜਾਵਾਂਗੇ ਅਤੇ ਸਾਡਾ ਸਹਿਯੋਗ ਪੱਤਰਕਾਰ ਵੀ ਦੇਣਗੇ। ਓਕੇ, ਥੈਂਕ ਯੂ। ਹਾਂਜੀ, ਕੀ ਨਾਮ? ਹਾਂਜੀ, ਮੇਰਾ ਨਾਮ ਜੀ ਨਵਦੀਪ ਸਿੰਘ ਆ। ਮੈਂ ਪਿੰਡ ਮਹਿਦੂਦਾਂ ਦਾ ਵਾਸੀ ਆ। ਮੇਰੇ ਪਿੰਡ ਦਾ ਨੌਜਵਾਨ ਜੋ ਨਸ਼ੇ ਦੇ ਕਾਰਨ ਅੱਜ ਜਿਸ ਦੀ ਮੌਤ ਹੋਈ ਆ, ਮੇਰਾ ਹਾਣੀ ਸੀ। ਮੇਰੇ ਤੋਂ ਸਾਲ ਉਮਰ ਦੇ ਵਿੱਚ ਛੋਟਾ ਹੀ ਹੋਵੇਗਾ। ਕਾਫੀ ਹੋਣਹਾਰ ਮੁੰਡਾ ਸੀਗਾ ਜੀ। ਸਪੋਰਟਸ ਦੇ ਵਿੱਚ ਪਿੰਡ 'ਚ ਕੋਈ ਵੀ ਕੰਮ ਹੋਵੇ ਜ਼ਰੂਰ ਆਪਣੀ ਸਹਿਯੋਗ ਦਿੰਦਾ ਸੀ। ਪਰ ਜੋ ਨਸ਼ੇ ਨਾਲ ਉਹਦੀ ਮੌਤ ਹੋਈ ਆ ਜੀ, ਇਹ ਬਹੁਤ ਹੀ ਅਣਹੋਣੀ ਮੌਤ ਆ। ਮੇਰੇ ਵੱਲੋਂ, ਸਾਰੇ ਪਿੰਡ ਵੱਲੋਂ ਇਹ ਪ੍ਰਸ਼ਾਸਨ ਨੂੰ ਮੰਗ ਆ ਜੀ, ਜੋ ਸਾਡੇ ਏਰੀਏ ਦੇ ਵਿੱਚ ਨਸ਼ਾ ਵਿਕ ਰਿਹਾ, ਜਿਹੜੇ ਵੇਚ ਰਹੇ ਨੇ ਉਹਨਾਂ 'ਤੇ ਨਕੇਲ ਪਾਈ ਜਾਵੇ ਜੀ। ਤੇ ਇਹੀ ਅਸੀਂ ਮੰਗ ਕਰਦੇ ਹਾਂ ਜੀ, ਇਹੀ ਅਸੀਂ ਚਾਹੁੰਦੇ ਹਾਂ ਤਾਂ ਜੋ ਸਾਡੇ ਆਉਣ ਵਾਲੇ ਟਾਈਮ ਵਿੱਚ ਸਾਡੇ ਪਿੰਡ ਵਿੱਚ ਕੋਈ ਵੀ ਹੋਰ ਨੌਜਵਾਨ ਇਸ ਨਸ਼ੇ ਦੀ ਭੇਟ ਨਾ ਚੜ੍ਹੇ ਜੀ। ਧੰਨਵਾਦ। ਸਰ, ਪਿੰਡ ਮਹਿਦੂਦਾਂ ਦੇ ਵਿੱਚ ਅੱਜ ਨਸ਼ੇ ਦੇ ਖਿਲਾਫ ਪਿੰਡ ਵਾਸੀ ਲਾਮਬੰਦ ਹੋਏ। ਉਹਨਾਂ ਨੇ ਮਤਾ ਪਾਇਆ ਕਿ ਪਿੰਡ ਦੇ ਵਿੱਚ ਨਸ਼ਾ ਤਸਕਰ ਨਹੀਂ ਬਣਨ ਦਿੱਤਾ ਜਾਊਗਾ, ਨਸ਼ਾ ਨਹੀਂ ਵਿਕਣ ਦਿੱਤਾ ਜਾਊਗਾ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਸ ਬਾਰੇ ਤਾਂ ਸਾਡੇ ਪੰਜਾਬ ਸਰਕਾਰ ਵੱਲੋਂ ਤੇ DGP ਸਾਹਿਬ ਵੱਲੋਂ ਇਹ ਪਹਿਲਾਂ ਹੀ ਮੀਟਿੰਗਾਂ ਕਰਕੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਲਾਭਬੰਦ ਕੀਤਾ ਗਿਆ ਕਿ ਤੁਸੀਂ ਪੁਲਿਸ ਦਾ ਸਾਥ ਦਿਓ। ਜਿਹੜਾ ਕੋਈ ਗਲਤ ਅਨਸਰ ਤੁਹਾਡੇ ਪਿੰਡਾਂ ਦੇ ਵਿੱਚ ਨਸ਼ਾ ਵੇਚਣ ਆਉਂਦਾ ਜਾਂ ਤੁਹਾਡੇ ਪਿੰਡ ਦਾ ਕੋਈ ਬੰਦਾ ਗਲਤ ਰਾਹ ਪਿਆ ਹੋਇਆ, ਉਹਨੂੰ ਪਿਆਰ ਨਾਲ ਸਮਝਾ ਕੇ ਉਹਨੂੰ ਇਸ ਚੀਜ਼ ਤੋਂ ਵਾਪਸ ਕਰਾਇਆ ਜਾਵੇ ਤਾਂ ਜੋ ਸਾਡੀ ਜਵਾਨੀ ਜਿਹੜੀ ਆ ਇਹਨੂੰ ਬਚਾਇਆ ਜਾ ਸਕੇ। ਇਹ ਤਾਂ ਹਰ ਪਾਸੋਂ ਸਰਕਾਰ ਦਾ ਜ਼ੋਰ ਲੱਗਿਆ ਹੋਇਆ, ਪੁਲਿਸ ਦਾ ਜ਼ੋਰ ਲੱਗਿਆ ਹੋਇਆ। ਜਿਹੜੀ ਤੁਸੀਂ ਇਹ ਪਿੰਡ ਦੀ ਗੱਲ ਕੀਤੀ ਹੈ, ਇਹ ਤੁਹਾਡੇ ਤੋਂ ਮੈਨੂੰ ਪਤਾ ਲੱਗਿਆ। ਬਾਕੀ ਉਸ ਪਿੰਡ ਨਾਲ ਗੱਲ ਕਰਕੇ, ਵਿਚਾਰ ਕਰਕੇ ਉਹਨੂੰ ਪੁੱਛਦੇ ਵੀ ਕੀ ਗੱਲ ਹੋਈ। ਉਹ ਪੁੱਛਣ ਤੋਂ ਬਾਅਦ ਇਨਵੈਸਟੀਗੇਸ਼ਨ ਤੋਂ ਬਾਅਦ ਅਗਲੀ ਗੱਲ ਦਾ ਪਤਾ ਲੱਗੂ। ਤੁਹਾਡੇ ਧਿਆਨ ਚ ਆਉਣ ਤੋਂ ਬਾਅਦ ਪੂਰਨ ਸਹਿਯੋਗ ਦੀ ਹੈਗੀ ਹੈ ਜੀ? ਪੂਰਾ ਜੀ ਪੂਰਾ, ਅਸੀਂ ਉਸ ਪਿੰਡ ਦਾ ਪੂਰਾ ਸਾਥ ਲਵਾਂਗੇ, ਉਹ ਸਾਥ ਦੇਵਾਂਗੇ ਵੀ, ਜਾਂ ਤੋਂ ਇਵੇਂ ਦੀ ਕੋਈ ਘਟਨਾ ਨਾ ਵਾਪਰ ਸਕੇ। ਠੀਕ ਹੈ ਸਰ, ਥੈਂਕ ਯੂ।